एकता जिंदाबाद, किसान मोर्चा जिंदाबाद, किसान यूनियन जिंदाबाद। ਚਲੋ ਮੋਦੀ ਸਾਹਿਬ ਨੇ ਗੁਰਪੁਰਬ ਤੇ ਵਧੀਆ ਕੰਮ ਕਰਤਾ, ਖੇਤੀ ਕਾਨੂੰਨ ਰੱਦ ਕਰਤਾ ਜੀ, ਬਹੁਤ ਵਧੀਆ ਕਰਿਆ ਜੀ। ਆਪਣੇ 3 ਖੇਤੀ ਕਾਨੂੰਨਾਂ ਦੇ ਖਿਲਾਫ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ, ਉਹਦਾ ਅੱਜ ਕੀਮਤ ਪਈ ਹੈ। उस बेवकूफ बंदे नूं थोड़ी जी बुद्धि बख्शी हैगी आ भी तू अज दिन कम से कम एक चंगा काम कर ला। लोग तैनूं जड़ियां हज़ारां गालां कढदे ते तैनूं गालां नहीं कढूंगे, अगले दिन तैनूं चंगा कहूंगे। हुणी ने दाढ़ी वधाई हुई थी अपनी, इनूं आए पता लग गया भी जिहड़े हत्थ हुत्थ पैर मारदे आ ना किते हुण फिर दाढ़ी ते ही ना फड़ लेण। इस बंदे नूं हुण इह माड़ी मोटी अकल आ गई आ। कदे सानूं अतवादी वखवादी खालिस्तानी पता नहीं क्या क्या इन्हां दे जिहड़े हैगे आ झोली ਚੱਕ ਬੰਦਿਆਂ ने सानूं काहदे काहदे नाल नवाजिया हैगा इन्हां ने। देशां विदेशां दे विच भी ये सरकार दे जुत्तियां वजन लग गईयां तीआं तां हुण इहनूं ये कानून वापस लेने पे आ। किसी को भी दोष देने का नहीं। आज मैं आपको पूरे देश को ये बताने आया हूं कि हमने 3 कृषि कानूनों को वापस लेने का, रिपील करने का निर्णय लिया है। ਤੇ ਰਹੀ ਗੱਲ ਅਕਾਲੀਆਂ ਦੀ, ਉਹ ਵੀ ਚਾਹੇ ਦੁੱਧ ਧੋਤੇ ਨਹੀਂ ਬਣਦੇ ਹੈਗੇ, ਉਹਨਾਂ ਦਾ ਵੀ ਅੰਦਰ ਖਾਤੇ ਲੋਕਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਵੀ ਅੰਦਰ ਖਾਤੇ ਨਾਲ ਤੇ ਉਹ ਤੇ ਕੈਪਟਨ ਸਾਹਿਬ ਵੀ ਨਾਲ ਆ। ਹੁਣ ਤਾਂ ਇਹ ਚੀਜ਼ਾਂ ਲੁਕੀਆਂ ਹੋਈਆਂ ਨਹੀਂ ਹੈਗੀਆਂ। ਅੱਜ ਜਿੱਥੇ ਪੂਰੀ ਦੁਨੀਆ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਖੁਸ਼ੀਆਂ ਦਾ ਦਿਨ ਹੈ, ਲੋਕਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਤੇ ਉੱਥੇ ਇੱਕ ਵੱਡੀ ਖੁਸ਼ੀ ਦੀ ਖਬਰ ਕੇਂਦਰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਇਸ ਮਹੀਨੇ ਦੇ ਅੰਤ ਤੱਕ। ਅੱਜ ਐਲਾਨ ਕੀਤਾ ਗਿਆ ਇਸ ਸ਼ੁਭ ਅਵਸਰ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਰੋਪੜ ਮੰਡੀ ਦੀਆਂ ਕਿ ਲੱਡੂ ਵੰਡੇ ਜਾ ਰਹੇ ਆ, ਜਿਹੜੇ ਨਾਅਰੇ ਲਾਏ ਜਾ ਰਹੇ ਇੱਕ ਦੂਜੇ ਕਿਸਾਨ ਏਕਤਾ ਜਿੰਦਾਬਾਦ ਦੇ ਦੇਖ ਸਕਦੇ ਹੋ। ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਆੜਤੀ ਐਸੋਸੀਏਸ਼ਨ ਰੋਪੜ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸੋ ਦੇਖ ਸਕਦੇ ਹੋ ਤਸਵੀਰਾਂ, ਲੱਡੂ ਵੰਡੇ ਜਾ ਰਹੇ ਨੇ ਕਿਉਂਕਿ 1 ਸਾਲ ਹੋਣ ਜਾ ਰਿਹਾ ਸੀ 26 ਤਰੀਕ ਨੂੰ ਕਿਸਾਨੀ ਸੰਘਰਸ਼ ਨੂੰ ਲੈ ਕੇ ਤੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਲੜਾਈ ਲੜੀ ਜਾ ਰਹੀ ਸੀ ਕਿ ਪੂਰੇ ਦੇਸ਼ ਦੇ ਕਿਸਾਨ ਇਸ ਕਾਨੂੰਨਾਂ ਦੇ ਖਿਲਾਫ ਸੀ। ਸੋ ਬੜੀਆਂ ਨੁਕਸਾਨ ਵੀ ਹੋਇਆ, ਕਾਫੀ ਜਿਹੜੀਆਂ ਹੈਗੀਆਂ ਕਿਸਾਨਾਂ ਨੇ ਉੱਥੇ ਜਿਹੜੇ ਹੈਗੇ ਤਸੀਹੇ ਚੱਲੇ ਆ, ਗਰਮੀਆਂ ਸਰਦੀਆਂ ਚੱਲੀਆਂ। ਸੋ ਗੱਲ ਕਰਦੇ ਇੱਥੇ ਕਿਸਾਨਾਂ ਦੇ ਨਾਲ ਕੀ ਕੁਝ ਕਹਿਣਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਬਲਦੇਵ ਸਿੰਘ ਜੀ। ਬਲਦੇਵ ਸਿੰਘ ਜੀ, ਤੁਸੀਂ ਕਿਸਾਨ ਵੀ ਹੋ, ਆੜਤੀ ਵੀ ਹੋ, ਕਿਵੇਂ ਦੇਖਦੇ ਹੋ ਅੱਜ ਐਲਾਨ ਕੀਤਾ ਗਿਆ 1 ਸਾਲ ਪੂਰਾ ਹੋਣ ਜਾ ਰਿਹਾ ਸੀ 26 ਤਰੀਕ ਨੂੰ, ਕਿਵੇਂ ਦੇਖਦੇ ਹੋ ਇਸ ਐਲਾਨ ਨੂੰ ਤੁਸੀਂ? ਪਹਿਲਾਂ ਤਾਂ ਜੀ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਚਲੋ ਮੋਦੀ ਸਾਹਿਬ ਨੇ ਗੁਰਪੁਰਬ ਤੇ ਵਧੀਆ ਕੰਮ ਕਰਤਾ, ਖੇਤੀ ਕਾਨੂੰਨ ਰੱਦ ਕਰਤਾ ਜੀ, ਬਹੁਤ ਵਧੀਆ ਕਰਿਆ ਜੀ। ਬਾਕੀ ਹੁਣ ਚਲੋ ਉਹਨਾਂ ਨੂੰ ਸਾਰਾ MSP ਪੂਰੀ ਕਲੀਅਰ ਕਰ ਦੇਣ, ਸਾਰਾ ਸਹੀ ਹੋ ਜਾਊਗਾ ਜੀ ਫਿਰ। ਤੇ ਕਿਵੇਂ ਦੇਖਦੇ ਹੋ ਵੀ ਜਿਹੜਾ ਕਿਸਾਨਾਂ ਨੂੰ ਹੁਣ ਜਿਹੜਾ ਉੱਥੇ ਧਰਨਾ ਚੱਲ ਰਿਹਾ ਉਹ ਚੁੱਕ ਲੈਣਾ ਚਾਹੀਦਾ ਹੈ ਕਿਉਂਕਿ ਹਲੇ ਤੱਕ ਬਿਆਨ ਆ ਰਿਹਾ ਕਿ ਜਦੋਂ ਤੱਕ ਲਿਖਤੀ ਨਹੀਂ ਹੋ ਜਾਂਦਾ ਉਦੋਂ ਤੱਕ ਨਹੀਂ ਚੁੱਕਾਂਗੇ? ਹਾਂਜੀ, ਇਹ ਕਿਸਾਨ ਇਹ ਕਹਿੰਦੇ ਵੀ ਜਦੋਂ ਤੱਕ ਸਾਡਾ ਲਿਖਤੀ ਪਾਸ ਨਹੀਂ ਹੁੰਦਾ ਉਨੀ ਦਿਨ ਅਸੀਂ ਧਰਨਾ ਨਹੀਂ ਚੱਕਦੇ। 26 ਤਰੀਕ ਦਾ ਟਾਈਮ ਦਿੱਤਾ ਉਹਨੇ, 26 ਤੱਕ, ਉਹ ਤੋਂ ਬਾਅਦ ਧਰਨਾ ਚੱਕਾਂਗੇ ਜਦੋਂ ਲਿਖਤੀ ਹੋ ਗਈ। ਬਿਲਕੁਲ। ਕੀ ਨਾਮ ਹੈ ਜੀ? ਬਲਦੇਵ ਸਿੰਘ ਜੀ। ਮੈਂ ਇੱਕ ਮੁਲਾਜ਼ਮ ਰਿਟਾਇਰ ਹੋਇਆ, ਹੁਣ ਮੈਂ ਆਪਣਾ ਜੀਵਨ ਕਿਸਾਨਾਂ ਵਿੱਚ ਬਤੀਤ ਕਰ ਰਿਹਾ। ਮੈਂ ਵੀ ਕਿਸਾਨ ਹੈ। ਅੱਜ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸਾਧ ਸੰਗਤ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਜਿਹੜਾ ਕਿਸਾਨਾਂ ਦਾ ਲਗਭਗ 1 ਸਾਲ ਤੋਂ ਅੰਦੋਲਨ ਚੱਲ ਰਿਹਾ ਸੀ, ਉਹ ਅੱਜ ਆਪਣੇ 3 ਖੇਤੀ ਕਾਨੂੰਨਾਂ ਦੇ ਖਿਲਾਫ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ, ਉਹਦਾ ਅੱਜ ਕੀਮਤ ਪਈ ਹੈ। ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ। ਤੇ ਮੈਂ ਮੋਦੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਅੱਜ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਉਹਨਾਂ ਨੇ ਬਹੁਤ ਵਧੀਆ ਕਿਸਾਨਾਂ ਦੇ ਵਾਸਤੇ ਐਲਾਨ ਕੀਤਾ ਵੀ 3 ਖੇਤੀ ਕਾਨੂੰਨ ਵਾਪਸ ਲਏ ਜਾਣਗੇ। ਨਾਲ ਹੀ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਜੀ ਨੂੰ, ਜਿੱਥੇ ਐਡਾ ਬੜਾ ਹੌਸਲਾ ਦਿਖਾਇਆ ਹੈ, ਨਾਲ ਹੀ ਜਿਹੜੀ ਕਿਸਾਨਾਂ ਦੀ ਮੰਗ ਹੈ MSP ਦੀ ਛੋਟੀ ਦੇਣ ਦੀ, ਉਹ ਵੀ ਅੱਜ ਹੀ ਐਲਾਨ ਕਰ ਦੇਣ ਤਾਂ ਹੋਰ ਵੀ ਖੁਸ਼ੀ ਵਿੱਚ ਵਾਧਾ ਹੋ ਸਕਦਾ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ। ਅੱਜ ਇਹ ਪ੍ਰਕਾਸ਼ ਦਿਹਾੜੇ 'ਤੇ ਜਿਹੜਾ ਉਹਨਾਂ ਨੇ ਕੀਤਾ, ਬਹੁਤ ਹੀ ਵਧੀਆ ਕੰਮ ਕੀਤਾ। ਬਿਲਕੁਲ। ਕੀ ਨਾਮ ਹੈ ਜੀ? ਸੁਖਵੀਰ ਸਿੰਘ ਸੁੱਖਾ ਜੀ। ਸੁੱਖਾ ਜੀ, ਕਿਵੇਂ ਦੇਖਦੇ ਹੋ ਧੰਨਵਾਦ ਕੀਤਾ ਜਾ ਰਿਹਾ ਹੈ ਜਿਹੜਾ ਹੈਗਾ ਇਹਨਾਂ ਵੱਲੋਂ, ਕਿਵੇਂ ਦੇਖਦੇ ਹੋ ਧੰਨਵਾਦ ਜਿਹੜਾ ਹੈਗਾ ਇਹ ਨੁਕਸਾਨ ਜਿਹੜਾ ਹੋਇਆ ਉਹ ਭਰਪਾਈ ਹੋਊਗੀ ਜਾਂ ਜਿਹੜਾ ਐਲਾਨ ਕੀਤਾ ਗਿਆ, ਕਿਵੇਂ ਦੇਖਦੇ ਹੋ?
ਦੇਖੋ ਜੀ, ਧੰਨਵਾਦ ਤਾਂ ਧੰਨ ਸਾਹਿਬ ਬਾਬਾ ਨਾਨਕ ਸਾਹਿਬ ਦਾ ਜੀ, ਜਿਹਨੇ ਉਸ ਬੇਵਕੂਫ ਬੰਦੇ ਨੂੰ ਥੋੜੀ ਜਿਹੀ ਬੁੱਧੀ ਬਖਸ਼ੀ ਹੈਗੀ ਆ ਵੀ ਤੂੰ ਅੱਜ ਦੇ ਦਿਨ ਕਮ ਸੇ ਕਮ ਇੱਕ ਚੰਗਾ ਕੰਮ ਕਰ ਲਾ। ਲੋਕ ਤੈਨੂੰ ਜਿਹੜੀਆਂ ਹਜ਼ਾਰਾਂ ਗਾਲਾਂ ਕੱਢਦੇ ਤੇ ਉਹ ਤੈਨੂੰ ਗਾਲਾਂ ਨਹੀਂ ਕੱਢੂਗੇ, ਅੱਜ ਦੇ ਦਿਨ ਤੈਨੂੰ ਚੰਗਾ ਕਹੂੰਗੇ। ਅਰਦਾਸਾਂ ਕੀਤੀਆਂ ਜਾਂਦੀਆਂ ਸੀ ਅਕਸਰ ਗੁਰਦੁਆਰਾ ਗੁਰੂ ਘਰਾਂ ਦੇ ਵਿੱਚ ਵੀ, ਉੱਥੇ ਵੀ ਪਾਠ ਚੱਲਦੇ ਸੀ ਕਿ ਸਮੱਤ ਬਖਸ਼ੇ ਕੇਂਦਰ ਸਰਕਾਰ ਨੂੰ। ਕਿਤੇ ਨਾ ਕਿਤੇ ਲੱਗਦਾ ਕਿ ਸਮੱਤ ਬਖਸ਼ੀ ਆ। ਦੇਖੋ ਜੀ, ਬਿਲਕੁਲ ਇਹ ਬਾਬਾ ਜੀ ਨੇ ਉਹਨੂੰ ਬੁੱਧੀ ਬਖਸ਼ੀ ਹੈਗੀ ਆ, ਜਿਹੜਾ ਉਹਨੇ ਉਹ ਕਰਿਆ ਹੈਗਾ ਏ। ਪਰ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਜਿਹੜੇ ਸਾਡੇ ਉੱਥੇ ਲਗਭਗ ਸਾਰੀਆਂ ਸਟੇਟਾਂ ਤੋਂ 750 ਦੇ ਕਰੀਬ ਸਾਡੇ ਉੱਥੇ ਕਿਸਾਨ, ਨੌਜਵਾਨ, ਬਜ਼ੁਰਗ, ਜਿਹੜੇ ਮਾਤਾ ਉੱਥੇ ਸਾਡੀਆਂ ਸ਼ਹੀਦ ਹੋਈਆਂ ਏ, ਉਹਨਾਂ ਦੀ ਭਰਪਾਈ ਕੌਣ ਕਰੂਗਾ? ਉਸ ਤੋਂ ਬਾਅਦ ਰਹੀ ਗੱਲ ਇਹ, ਹੁਣ ਜਦ ਉਹਨੇ ਦੇਖ ਲਿਆ ਨਾ ਵੀ ਹੁਣ ਤਾਂ ਜਿਹੜਾ ਬੰਦਾ ਨਾ ਕਈ ਵਾਰੀ ਕਹਿੰਦੇ ਵੀ ਨਹਿਰ ਨੂਰ ਦੇ ਵਿੱਚ ਗਿਰ ਜਾਵੇ ਨਾ, ਉਹ ਹੱਥ ਮਾਰਦਾ ਰਹਿੰਦਾ ਖਾਸਾ, ਵੀ ਜਿਹੜੀ ਚੀਜ਼ ਹੱਥ ਆ ਜਾਵੇ ਉਸੇ ਨੂੰ ਫੜ ਲੈਂਦਾ ਏ। ਹੁਣ ਇਹਨੇ ਦਾੜੀ ਵਧਾਈ ਹੋਈ ਤੀ ਆਪਣੀ, ਇਹਨੂੰ ਐਂ ਪਤਾ ਲੱਗ ਗਿਆ ਵੀ ਇਹ ਜਿਹੜੇ ਹੱਥ ਪੈਰ ਮਾਰਦੇ ਆ ਨਾ, ਕਿਤੇ ਹੁਣ ਫਿਰ ਦਾੜੀ ਤੇ ਹੀ ਨਾ ਫੜ ਲੈਣ। ਇਸ ਬੰਦੇ ਨੂੰ ਹੁਣ ਇਹ ਮਾੜੀ ਮੋਟੀ ਅਕਲ ਆ ਗਈ ਆ, ਔਰ ਆਉਣੀ ਵੀ ਚਾਹੀਦੀ ਤੀ, ਕਿਉਂਕਿ ਇਹ ਪਹਿਲਾਂ ਇਹ ਸਮਝਦਾ ਵੀ ਇਹ ਪੰਜਾਬ ਦਾ ਹੀ ਆ ਇਕੱਲਾ ਸਾਡਾ ਜਿਹੜਾ ਅੰਦੋਲਨ ਹੈਗਾ ਏ। ਕਦੇ ਸਾਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਪਤਾ ਨਹੀਂ ਕਿਆ ਕਿਆ ਇਹਨਾਂ ਦੇ ਜਿਹੜੇ ਹੈਗੇ ਆ ਝੋਲੀ ਚੱਕ ਬੰਦਿਆਂ ਨੇ ਸਾਨੂੰ ਕਾਹਦੇ ਨਾਲ ਨਵਾਜਿਆ ਹੈਗਾ ਇਹਨਾਂ ਨੇ। ਪਰ ਇਹ ਹੁਣ ਇੱਥੋਂ ਉੱਠ ਕੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਤੋਂ, ਕਸਬਿਆਂ ਤੋਂ, ਗਲੀਆਂ ਤੋਂ, ਸ਼ਹਿਰਾਂ ਤੋਂ ਹੁੰਦਾ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਸਰਕਾਰ ਦੇ ਜੁੱਤੀਆਂ ਵੱਜਣ ਲੱਗੀਆਂ ਤੀਆਂ, ਤਾਂ ਹੁਣ ਇਹਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਆ। ਪਰ ਅਸੀਂ ਉਨੀ ਦੇਰ ਤੱਕ ਨਹੀਂ ਉੱਠਦੇ ਹੈਗੇ ਜਿੰਨੀ ਦੇਰ ਤੱਕ MSP ਵਾਲੀ ਗਰੰਟੀ ਤੇ ਬਿਜਲੀ ਵਾਲਾ ਕਾਨੂੰਨ ਜਿਹੜਾ ਹੈਗਾ ਏ, ਇਹ ਉੱਥੇ ਰੱਦ ਨਹੀਂ ਕਰਦੇ ਹੈਗੇ। ਬਾਕੀ ਜੋ ਸਾਡੇ ਸਾਂਝੇ ਮੋਰਚੇ ਦੇ ਲੀਡਰ ਸਾਹਿਬਾਨ ਆ, ਜੋ ਸਾਨੂੰ ਹੁਕਮ ਕਰਨਗੇ, ਅਸੀਂ ਉਹਨਾਂ ਦੇ ਹੁਕਮਾਂ ਤੇ ਫੁੱਲ ਚੜਾਵਾਂਗੇ ਜੀ। 750 ਦੀ ਗੱਲ ਕੀਤੀ ਹੈ ਕਿਸਾਨ ਸ਼ਹੀਦ, ਉਸ ਦੀ ਭਰਪਾਈ ਤਾਂ ਫਿਲਹਾਲ ਜਿਹੜਾ ਹੈਗਾ ਕੋਈ ਵੀ ਅੱਜ ਤੱਕ ਨਾ ਕਰ ਸਕਿਆ, ਨਾ ਕਰ ਸਕਦਾ। ਕਿਵੇਂ ਦੇਖਦੇ ਹੋ ਕਿ ਉਹਨਾਂ ਵਾਸਤੇ ਕੇਂਦਰ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ, ਉਹਨਾਂ ਦੇ ਪਰਿਵਾਰਾਂ ਨੂੰ? ਕਿਉਂਕਿ ਕਈ ਅਜਿਹੇ ਜੀ ਵੀ ਜਿਹੜੇ ਹੈਗੇ ਕਿਸਾਨ ਸੀ ਜਿਹੜੇ ਪਰਿਵਾਰਾਂ 'ਚ ਕਮਾਉਣ ਵਾਲੇ ਇਕੱਲੇ ਸੀ। ਦੇਖੋ ਜੀ, ਇਹ ਤਾਂ ਹੁਣ ਜਿਹੜੇ ਪਰਿਵਾਰ ਦੇ ਨਾਲ ਬੀਤਦੀ ਆ ਉਹੀ ਜਾਣਦਾ ਏ ਜੀ ਵੀ ਉਹ ਪਰਿਵਾਰ ਦੇ ਨਾਲ ਕਿਆ ਬੀਤ ਰਹੀ ਆ। ਪਰ ਫਿਰ ਵੀ ਚਲੋ ਪੰਜਾਬ ਗੌਰਮੈਂਟ ਨੇ ਵੀ ਕੁਛ ਉਹਨਾਂ ਦੀ ਮਦਦ ਕਰੀ ਹੈਗੀ ਆ। ਤੇ ਹੁਣ ਯੂਪੀ ਦੇ ਵਿੱਚ ਵੀ ਚੋਣਾਂ ਆਉਣੀਆਂ ਏ, ਯੂਪੀ ਦੇ ਵਿੱਚ ਵੀ ਇਹਨਾਂ ਦੇ ਗਲ 'ਤੇ ਗੋਡਾ ਰੱਖ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਵਾਵਾਂਗੇ। ਯੋਗੀ ਨੂੰ ਵੀ ਦੱਸਾਂਗੇ ਅਸੀਂ ਬਈ ਅਸੀਂ ਕਿਆ ਚੀਜ਼ਾਂ, ਤੁਸੀਂ ਕਿਆ ਚੀਜ਼ਾਂ, ਉੱਥੇ ਵੀ ਕਿਸਾਨਾਂ ਦੀ ਅਸੀਂ ਮਦਦ ਕਰਵਾਵਾਂਗੇ। ਚਾਹੇ ਜੋ ਮਰਜ਼ੀ ਕਹੀ ਜਾਣ, ਭਰਪਾਈ ਤਾਂ ਹੋ ਨਹੀਂ ਸਕਦੀ ਹੈਗੀ। ਦੇਖੋ, ਜਿਹੜਾ ਪਰਿਵਾਰ ਦਾ ਜੀ ਚੱਲ ਗਿਆ ਉਹ ਤਾਂ ਆ ਨਹੀਂ ਸਕਦਾ ਹੈਗਾ, ਪਰ ਫਿਰ ਵੀ ਆਰਥਿਕ ਮਦਦ ਇਹਨਾਂ ਦਾ ਫਰਜ਼ ਬਣਦਾ ਸਰਕਾਰਾਂ ਦਾ, ਇਹ ਜ਼ਰੂਰ ਕਰਨੀ ਚਾਹੀਦੀ ਆ। ਚੋਣਾਂ ਦੀ ਗੱਲ ਕੀਤੀ ਹੈ ਤੁਸੀਂ, ਕਿਤੇ ਨਾ ਕਿਤੇ ਸਿਆਸੀ ਮਾਰ ਵੀ ਇਹ ਵੀ ਕਹਿ ਰਿਹਾ ਕਿ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਆਪਣਾ ਵੋਟ ਬੈਂਕ ਬਚਾਉਣ ਵਾਸਤੇ ਇਹ ਜਿਹੜਾ ਹੈਗਾ ਫੈਸਲਾ ਲਿਆ। ਤੁਸੀਂ ਕਿਵੇਂ ਦੇਖਦੇ ਹੋ? ਕਿਤੇ ਨਾ ਕਿਤੇ ਇਹ ਵੀ ਚਰਚਾ ਹੈ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਾਂਗਰਸ ਛੱਡੀ ਆ, ਉਹ ਗੱਠਜੋੜ ਕਰ ਸਕਦੇ ਤੇ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਚੋਣਾਂ ਲੜ ਸਕਦੇ। ਕਿਉਂਕਿ ਪਹਿਲਾਂ ਉਹਨਾਂ ਨੇ ਸਟੇਟਮੈਂਟ ਆਈ ਸੀ ਕਿ ਕੇਂਦਰ ਸਰਕਾਰ ਜਦੋਂ ਤੱਕ ਕਾਨੂੰਨ ਰੱਦ ਨਹੀਂ ਕਰਦੀ ਅਸੀਂ ਸਮਝੌਤਾ ਨਹੀਂ ਕਰਾਂਗੇ, ਤੇ ਲੱਗਦਾ ਕਿ ਉਸੇ ਦੇ ਤਹਿਤ ਇਹ ਸਾਰਾ ਕੁਝ ਚੱਕਰ ਵੀ ਚੱਲ ਰਿਹਾ। ਕੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਕਿੰਨਾ ਕੁ ਫਾਇਦਾ BJP ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਜੇ ਸਮਝੌਤਾ ਕਰਦੇ ਹੋਣ ਵਾਲਾ ਇਹਦਾ? ਦੇਖੋ, ਫਾਇਦਾ ਫੂਦਾ ਤਾਂ ਨਹੀਂ ਜੀ ਕੋਈ ਵੀ ਹੋਣਾ ਹੈਗਾ ਇਹਨਾਂ ਨੂੰ, ਇਹ ਚਾਹੇ ਜੋ ਮਰਜ਼ੀ ਕਰੀ ਜਾਣ। ਤੇ ਰਹੀ ਗੱਲ ਅਕਾਲੀਆਂ ਦੀ, ਉਹ ਵੀ ਚਾਹੇ ਦੁੱਧ ਧੋਤੇ ਨਹੀਂ ਬਣਦੇ ਹੈਗੇ, ਉਹਨਾਂ ਦਾ ਵੀ ਅੰਦਰ ਖਾਤੇ ਲੋਕਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਵੀ ਅੰਦਰ ਖਾਤੇ ਨਾਲ ਤੇ ਉਹ ਤੇ ਕੈਪਟਨ ਸਾਹਿਬ ਵੀ ਨਾਲ। ਹੁਣ ਤਾਂ ਇਹ ਚੀਜ਼ਾਂ ਲੁਕੀਆਂ ਹੋਈਆਂ ਨਹੀਂ ਹੈਗੀਆਂ। ਬਾਕੀ ਜਿਹੜੀਆਂ ਚੋਣਾਂ ਵਾਲੀ ਗੱਲ ਹੈਗੀ ਆ ਜੀ, ਇਹ ਹੁਣ ਇਸ ਟਾਈਮ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੋਈ ਆ, ਕੌਣ ਆਪਣਾ ਹੈਗਾ, ਕੌਣ ਪਰਾਇਆ ਹੈਗਾ, ਕਿਹੜਾ ਕਿਸਾਨਾਂ ਦੇ ਨਾਲ ਖੜਾ ਏ। ਇਹ ਤਾਂ ਵੋਟਾਂ ਦੇ ਖਾਤਰ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ ਆ, ਕੋਈ ਕੁਛ ਕਰ ਰਿਹਾ ਏ, ਕੋਈ ਕੁਛ ਕਰ ਰਿਹਾ ਏ। ਪਰ ਲੋਕ ਬਹੁਤ ਸਮਝਦਾਰ ਆ, ਉਹ ਸੋਚ ਸਮਝ ਕੇ ਉਹ ਕਰਾਂਗੇ। ਬਾਕੀ ਰਹੀ ਜਿਹੜੀ ਤੁਸੀਂ ਯੂਪੀ ਦੀ ਗੱਲ ਕਰਦੇ ਆ ਵੀ ਇਹਨਾਂ ਨੇ ਆਪਣਾ ਇਹ ਚੋਣਾਂ ਤੇ ਡਰਦਿਆਂ ਨੇ ਇਹਨਾਂ ਨੇ ਇਹ ਕਾਨੂੰਨ ਵਾਪਸ ਲੱਤੇ ਆ। ਦੇਖੋ ਜੀ, ਇਹ ਤਾਂ ਸਟੇਟਾਂ ਦਾ ਮੁੱਦਾ ਹੈਗਾ ਏ ਜੀ, ਇਹ ਸਟੇਟਾਂ ਨੇ ਬਣਾਉਣੇ ਆ ਕਾਨੂੰਨ, ਇਹਨਾਂ ਦਾ ਕਾਨੂੰਨ ਬਣਾਉਣੇ ਦਾ ਕੋਈ ਮਤਲਬ ਨਹੀਂ ਹੈਗਾ। ਨਾਲੇ ਜਿਹੜੀ ਚੀਜ਼ ਸਾਨੂੰ ਜ਼ਬਰਦਸਤੀ ਥੋਪੀ ਜਾ ਰਹੀ ਆ, ਉਹ ਚੀਜ਼ ਦੀ ਸਾਨੂੰ ਲੋੜ ਨਹੀਂ ਹੈਗੀ। ਇਹ ਸਾਡੇ ਪਰ ਥੋਪੇ ਗਏ ਤੇ ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਇਹ ਵਾਪਸ ਲੈ ਲਏ ਜੀ। ਬਿਲਕੁਲ ਜੀ। ਕੀ ਨਾਮ ਆ ਬਾਪੂ ਜੀ? ਹਰਵੰਤ ਸਿੰਘ ਜੀ। ਬਾਪੂ ਜੀ, ਕਿਵੇਂ ਦੇਖਦੇ ਆ ਕੁਝ ਮਹੀਨੇ ਪਹਿਲਾਂ BJP ਦੇ ਜਿਹੜੇ ਲੀਡਰ ਕਹਿ ਰਹੇ ਸੀ ਕਿ ਕਾਨੂੰਨ ਨਹੀਂ ਰੱਦ ਹੋਣੇ ਆ, ਕਾਨੂੰਨ ਬਹੁਤ ਵਧੀਆ, ਕਿਸਾਨਾਂ ਤੇ ਜੋ ਮਰਜ਼ੀ ਕਰ ਲਓ, ਪਰ ਅੱਜ ਉਹੀ ਲੱਡੂ ਵੰਡ ਰਹੇ ਆ। ਕਹਿੰਦੇ ਧੰਨਵਾਦ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਜੀ ਸਾਰਿਆਂ ਨੂੰ, ਬਹੁਤ ਵਧੀਆ ਫੈਸਲਾ ਲਿਆ। ਕਿਵੇਂ ਦੇਖਦੇ ਹੋ BJP ਦੇ ਲੀਡਰਾਂ ਦੇ ਇਸ ਬਿਆਨ ਨੂੰ? ਦੇਖੋ ਜੀ, ਇਹ ਤਾਂ ਇਹਨਾਂ ਨੇ ਅਨਸਾਦੇ ਨੂੰ ਕਰੇ ਆ ਜਦ ਕਿਸਾਨਾਂ ਦੀ ਸਿਰੇ ਚੜ੍ਹ ਗਿਆ ਕੰਮ ਮੋਰਚਾ। ਜਦੋਂ ਦੇਖਿਆ ਸਾਡੇ ਕੋਈ ਬਾਹ ਚੱਲਦੀ ਹੋ ਨਹੀਂ ਹੈ, ਸਾਡੀ ਕੋਈ ਪੇਸ਼ ਜਾਣੀ ਹੋ ਨਹੀਂ ਹੈ, ਨਾ ਸਾਨੂੰ ਵੋਟਾਂ ਦੇ ਵਿੱਚ ਜਿੱਤਣ ਦੇਣਾ। ਹਰੇਕ ਸਟੇਟ ਦੇ ਵਿੱਚ, ਬੰਗਾਲ ਦੇ ਵਿੱਚ ਹਰਾਏ, ਹੁਣ ਇੱਥੇ ਆਪਣਾ ਵੋਟ UP ਦੇ ਵਿੱਚ ਆ ਰਹੇ ਤੇ ਹੋਰ ਸਟੇਟ 5 ਸਟੇਟਾਂ ਜਾ ਰਹੀਆਂ, ਉੱਥੇ ਫੇਰ ਹਾਰਨਾ। ਤਾਂ ਇਹਨਾਂ ਨੇ ਜਿਹੜੇ ਲਏ ਆ ਸਾਰਾ ਆਪਣੇ ਇਲੈਕਸ਼ਨ ਕਰਕੇ ਲਏ ਆ, ਵੋਟਾਂ ਕਰਕੇ। ਭਾਈ ਸਾਲਾ ਬਹੁਤ ਬੁਰਾ ਹਾਲ ਆ ਹੈ ਵੀ ਹਰੇਕ ਪੰਜਾਬ ਦੇ ਵਿੱਚ ਇਹਨਾਂ ਨੂੰ ਮੂੰਹ ਲਾਉਂਦੇ ਨਹੀਂ ਕੋਈ। ਹੋਰ ਸਟੇਟਾਂ ਦੇ ਵਿੱਚ ਵੀ ਇਹਨਾਂ ਦਾ ਸਾਰਿਆਂ ਦੇ ਵਿੱਚ, ਸਾਰੇ ਤਕਰੀਬਨ ਇੰਡੀਆ ਦੇ ਵਿੱਚ ਬੁਰਾ ਹਾਲ ਹੋ ਗਿਆ। ਤਾਂ ਬਾਹਰ ਮੋਦੀ ਨੂੰ ਕੋਈ ਨਹੀਂ ਝੱਲਦਾ, ਜਿਹੜੀ ਸਟੇਟ ਵਿੱਚ ਜਾਂਦਾ ਉੱਥੇ ਛਿੱਤਰ ਪੈਂਦੇ ਇਹਦੇ 'ਤੇ।
ਹਰੇਕ ਸਟੇਟ ਵੱਲੋਂ ਖਿਲਾਫ ਬੋਲਦੀ ਤੇ ਹਰੇਕ ਦੇਸ਼ ਖਿਲਾਫ ਬੋਲਦਾ ਤੇ ਇੱਥੇ। ਬਿਲਕੁਲ ਤੁਸੀਂ ਕਿਹਾ ਕਿ ਵੋਟਾਂ ਦੇ ਕਰਕੇ ਵਾਕਈ ਵੋਟਾਂ ਕਰਕੇ ਵਾਪਸ ਲਿਆ। ਜੇ ਵੋਟਾਂ ਕਰਕੇ ਵਾਪਸ ਲਿਆ, ਕੀ ਲੱਗਦਾ ਕਿੰਨਾ ਕੁ ਫਾਇਦਾ ਜਿਹੜਾ ਬੀਜੇਪੀ ਨੂੰ ਜਾਂ ਇਹਦੇ ਨਾਲ ਕੋਈ ਸਮਝੌਤਾ ਕਰਦੀ ਜਿਹੜੀ ਪਾਰਟੀ, ਕਿੰਨਾ ਕੁ ਫਾਇਦਾ ਹੋ ਸਕਦਾ ਉਹਨੂੰ? ਦੇਖੋ ਵੋਟਾਂ ਦੇ ਵਿੱਚ ਕੁਛ ਨਾ ਕੁਛ ਤਾਂ ਫਾਇਦਾ ਹੁਣ ਹੋਣਾ ਇਹਦਾ ਵੀ ਦਾ, ਕੁਛ ਨਾ ਕੋਈ ਫਾਇਦਾ ਲੈ ਜਾਣਾ ਇਹਨਾਂ ਨੇ, ਪਰ ਉਹ ਫਾਇਦਾ ਨਹੀਂ ਹੋਣਾ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਟਿਕਣਾ। ਤੇ ਇੱਕ ਵੱਡਾ ਸਵਾਲ ਆ, ਕਾਨੂੰਨ ਰੱਦ ਕਰਨ ਦਾ ਐਲਾਨ ਤਾਂ ਕਰ ਦਿੱਤਾ, ਪਰੰਤੂ ਉਹ ਕਿਸਾਨਾਂ ਦੇ ਵਿੱਚ ਹਲੇ ਮਾਯੂਸੀ ਆ ਜਿਨ੍ਹਾਂ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਸੀਗੇ ਜਦੋਂ ਸੰਘਰਸ਼ ਦੇ ਕਰਦੇ ਹੋਏ ਕਿਸਾਨ ਅੱਗੇ ਵਧੇ ਸੀ ਦਿੱਲੀ ਵੱਲ, ਭਾਵੇਂ ਸਿੰਘੂ ਬਾਰਡਰ ਹੋਵੇ, ਭਾਵੇਂ ਸ਼ੰਭੂ ਬਾਰਡਰ ਹੋਵੇ, ਟਿੱਕਰੀ ਬਾਰਡਰ, ਅਲੱਗ-ਅਲੱਗ ਬਾਰਡਰਾਂ ਦੇ ਉੱਤੇ ਜਦੋਂ 26 ਜਨਵਰੀ ਹੋਵੇ, ਲਾਲ ਕਿਲ੍ਹੇ ਦੀ ਘਟਨਾ ਹੋਵੇ, ਕਾਫੀ ਵੱਡੀਆਂ ਸਖਤ ਧਾਰਾਵਾਂ ਦੇ ਤਹਿਤ ਪਰਚੇ ਦਰਜ ਹੋਏ ਆ। ਉਹ ਹੁਣ ਉਹਨਾਂ ਦੇ ਮਨ ਦੇ ਵਿੱਚ ਰੋਸ ਹੈ ਕਿ ਉਹ ਪਰਚੇ ਜਿਹੜੀ ਹੈਗੇ ਕੇਂਦਰ ਸਰਕਾਰ ਰੱਦ ਕਰੇਗੀ ਜਾਂ ਕੀ ਮੰਗ ਆ ਕਿਸਾਨਾਂ ਦੀ? ਉਹ ਦੇਖੋ ਕਿਸਾਨਾਂ ਦੇ ਪਰਚੇ ਰੱਦ ਕਰਨੇ ਪੈਣੇ, ਇਹਨਾਂ ਨੂੰ ਕਰਨੇ ਇਹਨਾਂ ਨੇ, ਹੁਣ ਕਰਨਗੇ ਵੀ ਜਦ ਕਿਸਾਨਾਂ ਨੇ ਡਿਮਾਂਡ ਰੱਖੀ ਹੈ, ਪਹਿਲਾਂ ਹੀ ਡਿਮਾਂਡ ਹੈ ਕਿਸਾਨਾਂ ਦੀ ਤਾਂ ਪਰਚੇ ਰੱਦ ਹੋ ਜਾਣ ਹੋਣਗੇ, ਹੁਣ ਹੋਰ ਕਰਨੇ ਹੀ ਪੈਣੇ ਇਹਨਾਂ ਨੂੰ। ਉਹ ਜੋ ਵੀ ਮਸਲੇ ਆ ਸਾਰੇ ਨੂੰ ਹੱਲ ਕਰਨੇ ਪੈਣਗੇ ਸੈਂਟਰ ਸਰਕਾਰ ਨੂੰ, ਕਿਸਾਨਾਂ ਦੇ ਖਿਲਾਫ ਜੋ ਵੀ ਇਹਨਾਂ ਨੇ ਕਰਿਆ ਕੁਛ ਸਾਰੇ ਨੂੰ ਵਾਪਸ ਲੈਣੇ ਪੈਣੇ। ਬਿਲਕੁਲ। ਹੁਣ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਸਿਆਸੀ ਜਿਹੜਾ ਹੈਗਾ ਮੁੱਦਾ, ਜਿਵੇਂ ਚੋਣਾਂ ਆ ਰਹੀਆਂ, ਚੋਣਾਂ ਨੂੰ ਲੈ ਕੇ ਕਿਵੇਂ ਮਾਹੌਲ ਰਹੂਗਾ ਹੁਣ? ਕਿਉਂਕਿ ਪਹਿਲਾਂ ਜ਼ਿਆਦਾ ਫੋਕਸ ਕਿਸਾਨਾਂ ਦਾ ਜਾਂ ਲੋਕਾਂ ਦਾ ਸੰਘਰਸ਼ ਦੇ ਉੱਤੇ ਸੀਗਾ, ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿਰੋਧ ਹੋ ਰਹੇ ਸੀ, ਤੇ ਹੁਣ ਸ਼ਾਇਦ ਅਗਰ ਕਾਨੂੰਨ ਰੱਦ ਹੋ ਜਾਂਦੇ ਆ ਮਹੀਨੇ ਦੇ ਅੰਤ ਤੱਕ, ਕਿਸਾਨ ਵਾਪਸ ਆ ਜਾਂਦੇ ਆ, ਤੇ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਰਹੂਗਾ ਇਸ ਵਾਰੀ? ਹੁਣ ਦੇਖੋ ਇਹ ਤਾਂ ਮਾਹੌਲ ਪਤਾ ਲੱਗ ਰਿਹਾ ਇਹਦਾ ਆਪਣੇ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਵੀ ਇਹ ਵਾਪਸ ਲੈਂਦੇ ਆ ਕਿ ਨਹੀਂ ਲੈਂਦੇ। ਅਜੇ ਤਾਂ ਇਹਨਾਂ ਨੇ ਐਲਾਨ ਕਰਿਆ, ਜਦ ਤੱਕ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਚੱਲਦੀ ਨਹੀਂ, ਪਾਰਲੀਮੈਂਟ ਨਹੀਂ ਚੱਲਦੀ, ਉੱਥੇ ਜਾ ਕੇ ਨਹੀਂ ਵਾਪਸ ਲੈਂਦੇ ਇਹ। ਜਦ ਤੱਕ ਇਹਨਾਂ ਦੇ ਫੈਸਲੇ ਜਦ ਵਾਪਸ ਹੋ ਗਏ, ਉਹ ਤੋਂ ਬਾਅਦ ਜਿਹੜੀਆਂ ਪਾਰਟੀਆਂ ਨੇ ਵਿਰੋਧਤਾ ਕਰਿਆ, ਜਿਕਣਾ ਅਕਾਲੀ ਦਲ ਆ, ਬੀਜੇਪੀ ਆ, ਕਾਂਗਰਸ ਅੰਦਰ ਤੇ ਸਾਰੇ ਨਾਲ ਸੀ ਇਹਨਾਂ ਦੇ, ਕੋਈ ਪਾਰਟੀ ਅੰਦਰ ਦੇ ਨਾਲ ਨਹੀਂ ਦੀ, ਕੋਈ ਕਿਸਾਨ ਦੇ ਨਾਲ ਨਹੀਂ ਮਦਦ ਨਹੀਂ ਕਰਦਾ। ਇਹ ਕਰਦੇ ਦੇ ਮਦਦ ਸਾਰੇ ਆਪਣੇ ਵੋਟਾਂ ਕਰਕੇ ਜਾਂ ਡਰ ਕਰਕੇ ਤਾਂ ਕਿਸਾਨੀ ਨਾਲ ਲੱਗੇ ਹੋਏ, ਤੇ ਕੋਈ ਅੰਦਰੋਂ ਪਾਰਟੀ, ਕੋਈ ਅਫਸਰਸ਼ਾਹੀ, ਕੋਈ ਕਿਸਾਨਾਂ ਤੇ ਖੁਸ਼ ਨਹੀਂ ਸੀ ਵੀ ਇਹਨਾਂ ਦਾ ਮੋਰਚਾ ਫਤਿਹ ਹੋਵੇ। ਪਰ ਕਿਸਾਨਾਂ ਨੇ ਆਪਣੀ ਦੇ ਗੱਲ ਇਤਫਾਕ ਦੇ ਨਾਲ ਆਪਣਾ ਸਾਰਾ ਇੰਡੀਆ ਦਾ ਕਿਸਾਨ ਇਕੱਠਾ ਹੋ ਗਿਆ, ਇਹਦੇ ਕਰਕੇ ਇਹਨਾਂ ਨੂੰ ਵਾਪਸ ਲੈਣੇ ਪਏ ਆ ਵੀ ਸਾਡਾ ਬਹੁਤ ਬੁਰਾ ਹਾਲ ਹੋਊਗਾ। ਇਸ ਫੈਸਲੇ ਨਾਲ ਲੱਗਦਾ ਕਿ ਬੀਜੇਪੀ ਜਿਹੜੀ ਹੈਗੀ ਕਿਸੇ ਪਾਰਟੀ ਨਾਲ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਊਗੀ? ਪੰਜਾਬ ਦੇ ਵਿੱਚ ਤਾਂ ਦੇਖੋ ਜੀ ਬਹੁਤ ਮੁਸ਼ਕਿਲ ਹੈ ਇਹਨਾਂ ਦਾ। ਪੰਜਾਬ ਵਿੱਚ ਅੱਗੇ ਵੀ ਨਹੀਂ ਤੇ 2-3 ਸੀਟਾਂ ਆਉਂਦੇ ਸਾਰੀਆਂ ਇਹਨਾਂ ਨੂੰ, ਹੁਣ ਵੀ ਇਹੀ ਹੈ ਰਹਿਣਾ, ਹੁਣ ਅੱਗੇ ਉਹ ਘਟੂਗਾ ਹੀ, ਜਾਣੀ ਕੋਈ ਨਾ ਕੋਈ ਮਾੜਾ ਮੋਟਾ ਲੋਕ ਵੋਟਾਂ ਪਾ ਦੇਣਗੇ, ਪਰ ਉਹ ਗੱਲ ਨਹੀਂ ਹੈ ਜਿਹੜੀ ਅੱਗੇ ਤੇ ਇਹਨਾਂ ਦੀ ਪਹਿਲਾਂ ਤੀ ਉਹ ਨਹੀਂ ਹੋਣੀ ਹੈ। ਬਿਲਕੁਲ ਸਰ, ਕਿਵੇਂ ਦੇਖਦੇ ਹੋ ਬੀਜੇਪੀ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਹੈਗੀ, ਕਿਵੇਂ ਕਰਤਾਰਪੁਰ ਕੋਰੀਡੋਰ ਦਾ ਵੀ ਇਹਨਾਂ ਨੇ ਹੁਣ ਫੈਸਲਾ ਲਿਆ ਖੋਲ੍ਹਣ ਦਾ, ਆਹ ਦੂਜਾ ਫੈਸਲਾ ਹੋ ਗਿਆ, ਕੀ ਲੱਗਦਾ ਪੰਜਾਬ ਦੇ ਵਿੱਚ ਅਗਰ ਗੱਠਜੋੜ ਕਰਕੇ ਬੀਜੇਪੀ ਆਂਦੀ ਆ ਕਿ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਊਗੀ? ਨਹੀਂ ਜੀ ਨਹੀਂ, ਪੰਜਾਬ ਦੇ ਵਿੱਚ ਸਰਕਾਰ ਕਿੱਥੇ ਬਣ ਜੂਗੀ ਜੀ ਬੀਜੇਪੀ ਦੀ। ਇਹ ਤਾਂ ਉਹ ਆਪਣਾ ਸੁਪਨੇ ਦੇਖ ਰਹੇ ਆ ਜੀ ਵੀ ਆਏ ਹੋ ਜੂਗਾ, ਆਏ ਹੋ ਜੂਗਾ। ਜਿਹੜੇ ਲੋਕਾਂ ਨੂੰ ਦਰਦ ਦਿੱਤੇ ਹੋਏ ਆ, ਕਿਆ ਸਾਡੇ ਪੰਜਾਬ ਦੇ ਸਾਡੇ ਦੇਸ਼ ਵਾਸੀ ਇੰਨੀ ਛੇਤੀ ਭੁੱਲ ਜੂਗੇ ਇਹਨਾਂ ਦੇ ਬਾਰੇ? ਕਿੱਥੇ ਗਲੀਆਂ ਦੇ ਵਿੱਚ ਖੜ ਖੜ ਕੇ ਕਿਸਾਨਾਂ ਨੂੰ ਕਿਆ ਕਿਆ ਕਹਿ ਰਹੇ ਤੇ ਕਿਆ ਕਿਆ ਇਲਜ਼ਾਮ ਲਾ ਰਹੇ ਤੇ, ਲੋਕ ਇੰਨੀ ਛੇਤੀ ਭੁੱਲ ਜੂਗੇ ਇਹਨਾਂ ਨੂੰ ਵੋਟਾਂ ਕੌਣ ਪਾ ਦੂਗਾ ਜੀ? ਮੇਰੇ ਖਿਆਲ ਦੇ ਮੁਤਾਬਕ ਤਾਂ ਮੇਰੀ ਆਪਣੀ ਸੋਚਣੀ ਹੈਗੀ ਆ ਜੀ ਬਈ ਨਹੀਂ, ਉਹ ਖੋਲ੍ਹਦੀਆਂ 1-2 ਸੀਟਾਂ ਕਿਤੇ ਲੈ ਸਕਦੇ ਆ, ਜੇ ਕਿਤੇ ਕੋਈ ਧੋਖੇ ਨਾਲ ਉਹ ਕਰਕੇ ਹੇਰਾ ਫੇਰੀ ਕਰਕੇ ਕੋਈ ਜਿੱਤ ਸਕਦੇ ਆ ਜੀ, ਉਹਦੇ ਬਾਰੇ ਹੋ ਸਕਦਾ, ਹੋਰ ਤਾਂ ਨਹੀਂ ਹੋ ਸਕਦਾ ਜੀ ਇਹਨਾਂ ਦਾ। ਸੋ ਬਿਲਕੁਲ ਇਹ ਸਨ ਵੱਖ-ਵੱਖ ਕਿਸਾਨ ਆਗੂ ਤੇ ਆੜਤੀ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਜੀ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਤੇ ਕਿਹਾ ਕਿ ਫੈਸਲਾ ਜਿਹੜਾ ਥੋੜ੍ਹਾ ਦੇਰ ਨਾਲ ਲਿਆ ਗਿਆ, ਪਰੰਤੂ ਕਿਤੇ ਨਾ ਕਿਤੇ ਵਧੀਆ ਫੈਸਲਾ ਲਿਆ ਗਿਆ। ਜੋ ਅਰਦਾਸਾਂ ਕੀਤੀਆਂ ਜਾਂਦੀਆਂ ਸੀ ਕਿਸਾਨਾਂ ਦੇ ਵੱਲੋਂ ਜਾਂ ਗੁਰੂ ਘਰਾਂ ਦੇ ਵਿੱਚੋਂ ਸਵੇਰੇ ਸ਼ਾਮ ਕੇ ਪਰਮਾਤਮਾ ਵਾਹਿਗੁਰੂ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਸਮੱਤ ਬਖਸ਼ੇ ਤੇ ਕੇਂਦਰ ਆਪਣੇ ਜਿਹੜੇ ਕਾਨੂੰਨ ਆ ਕਾਲੇ ਉਹ ਵਾਪਸ ਲਵੇ, ਕਿਤੇ ਨਾ ਕਿਤੇ ਸਮੱਤ ਬਖਸ਼ੀ। ਅੱਜ ਸ਼ੁਭ ਜਿਹੜੇ ਹੈਗੇ ਆ ਮੌਕੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਇਹ ਵੱਡਾ ਫੈਸਲਾ ਲੈ ਗਿਆ। ਪ੍ਰਧਾਨ ਮੰਤਰੀ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ, ਕਿਤੇ ਨਾ ਕਿਤੇ ਕਿਹਾ ਹੈ ਕਿ ਅਗਰ ਕਿਸੇ ਨੂੰ ਠੇਸ ਪਹੁੰਚੀ ਹੈ ਇਸ ਦੇ ਨਾਲ ਜਾਂ ਨੁਕਸਾਨ ਹੋਇਆ ਤਾਂ ਮਾਫੀ ਵੀ ਮੰਗੀ ਗਈ ਆ। ਤੇ ਹੁਣ ਕਿਸਾਨ ਤੇ ਆਮ ਲੋਕ ਇਸ ਬਿਆਨ ਨੂੰ ਲੈ ਕੇ ਕਿਵੇਂ ਦੇਖਦੇ ਆ, ਤੁਹਾਡੇ ਨਾਲ ਸਾਹਮਣੇ ਗੱਲਬਾਤ ਰੱਖੀ ਆ। ਤੇ ਚੋਣਾਂ ਦੇ ਵਿੱਚ ਬੀਜੇਪੀ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ ਉਹ ਵੀ ਕਿਸਾਨਾਂ ਨੇ ਆਪਣੀ ਗੱਲਬਾਤ ਰੱਖੀ ਹੈ ਕਿ ਬੀਜੇਪੀ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾਵੇ, ਕਿਉਂਕਿ ਜੋ ਨੁਕਸਾਨ ਕਿਸਾਨਾਂ ਦਾ ਉੱਥੇ ਜੋ ਹੋਇਆ ਹੈ ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਉਹ ਨੁਕਸਾਨ ਭੁਲਾਇਆ ਨਹੀਂ ਜਾ ਸਕਦਾ। ਕਿਸਾਨਾਂ ਦੇ ਸੰਘਰਸ਼ ਤੋਂ ਜਿਹੜਾ ਹੈਗਾ ਦਬ ਕੇ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਅਗਰ ਕੇਂਦਰ ਸਰਕਾਰ ਸੱਚਮੁੱਚ ਕਿਸਾਨਾਂ ਦੀ ਹਿਤੈਸ਼ੀ ਹੁੰਦੀ ਤਾਂ ਪਹਿਲੇ ਦਿਨ ਹੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਸੀ। ਇਹ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਕਿਸਾਨਾਂ ਦਾ ਸੰਘਰਸ਼ ਪੂਰੇ ਸਿਖਰਾਂ ਤੇ ਪਹੁੰਚ ਗਿਆ ਤਾਂ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਝੁਕਦੇ ਹੋਏ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਤੇ ਸਿਆਸੀ ਤੌਰ ਤੇ ਫੈਸਲਾ ਲਿਆ। ਕਿਸਾਨਾਂ ਦਾ ਕਹਿਣਾ ਕਿ ਚੋਣਾਂ ਨੂੰ ਨੇੜੇ ਦੇਖਦੇ ਹੋਏ, ਪਰੰਤੂ ਇਹ ਵੀ ਕਹਿਣਾ ਹੈ ਕਿ ਚੋਣਾਂ ਦਾ ਕੋਈ ਵਾਅਦਾ ਜ਼ਿਆਦਾ ਜਿਹੜਾ ਹੈਗਾ ਫਾਇਦਾ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਨਹੀਂ ਮਿਲਣ ਵਾਲਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦਾ TVNRI।